जिन तू नाही विसरिया। वाहिगुरु जी का खालसा, वाहिगुरु जी की फतेह। प्यार नाल आखो जी, वाहिगुरु जी का खालसा, वाहिगुरु जी की फतेह। ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਸਰਬ ਸੁਖ ਦਾਤਾਰ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰਸ ਕੀਤਾ ਹੈ। ਤਰਸ ਵਿੱਚੋਂ ਮਿਹਰਾਮਤ ਹੋਈ ਹੈ, ਬਖਸ਼ਿਸ਼ ਹੋਈ ਹੈ। ਮਹਾਨ ਪਾਵਨ ਪਵਿੱਤਰ ਅਸਥਾਨ ਧੰਨ 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 ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਦਾ, ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਆਪ ਜੀ ਨੂੰ ਬਖਸ਼ਿਸ਼ ਹੋ ਰਿਹਾ ਹੈ। ਪਿਆਰ ਵਾਲੀਆਂ ਰੂਹਾਂ ਭਾਵਨਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਮੀਡੀਆ ਰਾਹੀਂ ਵੀ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਪਾਵਨ ਗੁਰੂ ਕੀ ਬਾਣੀ ਦੇ ਕੀਰਤਨ ਨਾਲ, ਸ਼ਬਦ ਵਿਚਾਰ ਨਾਲ ਜੁੜ ਰਹੀਆਂ ਹਨ। ਭਾਈ ਸਾਹਿਬ ਨੇ ਬੜੇ ਪਿਆਰ ਨਾਲ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸ਼੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਧੰਨ 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 ਗੁਰੂ ਅਰਜਨ ਦੇਵ ਮਹਾਰਾਜ ਦੀ ਰੱਬੀ ਇਲਾਹੀ ਬਾਣੀ, ਥਿੱਤੀ ਬਾਣੀ ਚੋਂ ਸ਼ਲੋਕ ਅਤੇ ਪੌੜੀ ਦਾ ਪਾਠ ਆਪ ਜੀ ਨੂੰ ਸ਼ਰਵਣ ਕਰਾਇਆ ਹੈ। ਕੱਲ ਰੋਜ਼ ਚੱਲ ਰਹੀ ਲੜੀਵਾਰ ਵਿਆਖਿਆ ਅਨੁਸਾਰ ਸ਼੍ਰੀ ਸੁਖਮਣੀ ਸਾਹਿਬ ਦੀ ਪਵਿੱਤਰ ਬਾਣੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਲੰਮੇਰੀ ਵੱਡੇ ਆਕਾਰ ਦੀ ਬਾਣੀ ਹੈ, ਉਸ ਦੀ ਵਿਚਾਰ ਸੰਪੂਰਨ ਹੋਈ ਹੈ ਤੇ ਅੱਜ ਥਿੱਤੀ ਬਾਣੀ ਆਰੰਭ ਹੋ ਰਹੀ ਹੈ। ਆਓ ਗੁਰੂ ਸਵਾਰਿਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਈ ਸਹਾਈ। ਸਭ ਥਾਵਾਂ ਤੇ ਸਹਾਈ ਹੋਣ ਵਾਲੇ ਗੁਰਦੇਵ ਮਹਾਰਾਜ ਜੀ ਕਿਰਪਾ ਕਰੋ, ਸਿਰ ਤੇ ਮਿਹਰ ਪ੍ਰਿਆਤ ਰੱਖੇ। ਆਪਣੇ ਬਚਨਾਂ ਦੀ ਵਿਚਾਰ, ਧੁਰ ਦਰਗਾਹੀ ਬਾਣੀ ਦੀ ਵਿਚਾਰ ਆਪ ਸੇਵਾ ਲੈ ਲਵੋ। ਆਓ ਗੁਰੂ ਸਵਾਰੇ, ਜਿੱਥੇ ਆਪਾਂ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਦੇਸ਼ਾਂ ਵਿਦੇਸ਼ਾਂ ਦੇ ਅੰਦਰ ਮੀਡੀਆ ਰਾਹੀਂ ਵੀ ਸੰਗਤਾਂ ਸੁਣਦੀਆਂ ਪਈਆਂ ਹਨ, ਸ਼ਰਵਣ ਕਰ ਰਹੀਆਂ ਹਨ, ਦਰਸ਼ਨ ਦੀਦਾਰ ਕਰ ਰਹੀਆਂ ਹਨ। ਆਓ ਗੁਰੂ ਚਰਨ 'ਚ ਲਗਵਾਈਏ ਹਾਜ਼ਰੀ। ਪਿਆਰ ਤੇ ਅਦਬ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ, ਕੋਈ ਵੀ ਰਸਨਾ ਸੱਚੇ ਨਾਮ ਦੇ ਜਾਪ ਤੋਂ ਵਾਂਝੀ ਨਾ ਰਹਿ ਜਾਵੇ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਨੁੱਖਾ ਜਾਮਾ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਮਨੁੱਖਾ ਜੀਵਨ ਦਾ ਜਿਹੜਾ ਪੈਂਡਾ ਹੈ, ਜਿਹੜਾ ਰਸਤਾ ਹੈ,
इस सफर ते चलदियां होइयां दुख भी आउंदे हन, सुख भी आउंदे हन। दुख भी ते सुख भी, ते साडे कर्मां दे नाल, क्योंकि मनुखा जामा एक कर्म भूमि है। बाकी जड़ियां जूनियां हन वो भोग जूनियां, भोगदे भोगदे अगे वधदे जांदे हन। ते ये अंतला डंडा पौड़ी दा, इत्थों चढ़ के पार ब्रह्म परमेश्वर नूं मिलना है। कर्म भूमि, जे हा बीजै सो लूणै, कर्मा संदड़ा खेत। एक खेत साडे कोल है कर्मां दा, ते जेहो जेहो जिहा कर्म, जेहो जेहो जिहा बीज। ये कहन मात्र बातां नहीं हन। पुण्य वाले कर्म, पाप वाले कर्म, मंदे कर्म, चंगे कर्म। पुनी पापी आखर नाही, कर कर करना लिख लै जाहो। जो करदे आ लिखिया जा रहा। पुनी पापी आखन नाहे, कर कर करना लिख रहा जाओ। आपे बीज आपे ही खाओ। जेड़ा तो गुरु की शन आ गया वो तो वड्डे भागां ला। जेड़ा गुरु की शन नहीं आया, मन पिछे लगा होया है, वो की है? मन मुख दुख का खेत है, दुख बीजै दुख खाए। मन मुख दुख का खेत है, दुख बीजै दुख खाए। जेड़ा बीज बीजेगा वही फसल मिलनी है, वही खाना पैना। मन मुख मनुख दुखां का खेत है। मन मुख दुख का खेत है, दुख बीजै दुख खाए। कुराहे पाया होया है। धर्म दे आगू बने हुए, जिस प्रथाए सतगुरु की बाणी का बचन है, कबीर बामण गुरु है जगत का, भगतन का गुरु नाहे। अर्ज उर्ज में पच मुआ, चारों वेदों माहे। विप्रन दी रीत कर्म कांड। धर्म के नाम ते ओ कर्म जिहड़े भरम विच पाउंदे पिन, भरम नूं ही धर्म समझी फिरदा है। देखो पार ब्रह्म परमेश्वर ने कृपा की, कुदरत नूं साजना कीता है, ते कुदरत दे अंदर कुदरती शक्तियां जो साडे मनुखा जीवन च सानू सहाई हुंदियां न। मनुखा सफर के अंदर सहायता करदियां न। दो दीवे बख्शिश कीते परमात्मा ने, चंद्रमा ते सूरज। गगन में थाल रव चंद दीपक बने, तारका मंडल जनक मोती। पहले समय में रोशनी का कोई बहुता प्रबंध नहीं, चानण का कोई प्रबंध नहीं। हुण तां चलो लाइटिंग इलैक्ट्रॉनिक सिस्टम है, बिजली का। उस समय चानण कौन करता पिया है? रात के समय चंद्रमा की चांदनी, ते दिन के समय सूरज का चानण। एक कुदरती शक्तियां दिन च कितने आप काम सवार दियां, दिन च कितना दिखाई देंदा, चानण ही चानण हुंदा है। रात के समय हनेरा, पर जो पूर्णमाशी रात हुंदी वो भी चांदनी रात हुंदी है, चानण। ये चानण दिंदे हन सानू।
ਧਰਤੀ ਵੀ ਸੂਰਜ ਦੁਆਲੇ ਚੱਕਰ ਲਗਾ ਰਹੀ ਹੈ, ਆਪਣੇ ਧੁਰੇ ਦੁਆਲੇ ਵੀ ਚੱਕਰ ਲਗਾ ਰਹੀ ਹੈ। ਬਹੁਤ ਤੇਜ਼ ਗਤੀ ਨਾਲ ਚਲਦੀ ਪਈ ਆਪਣੀ ਧੁਰੇ ਦੇ ਦੁਆਲੇ, ਬਹੁਤ ਫਾਸਟ ਹੈ, ਪਰ ਸਾਨੂੰ ਪਤਾ ਹੀ ਨਹੀਂ ਲੱਗਦਾ। ਧਰਤੀ ਘੁੰਮਦੀ ਪਈ, ਆਪਣੀ ਧੁਰੇ ਦੁਆਲੇ ਵੀ ਘੁੰਮਦੀ ਪਈ ਹੈ ਤੇ ਸੂਰਜ ਦੇ ਦੁਆਲੇ ਵੀ ਚੱਕਰ ਲਗਾਉਂਦੀ ਪਈ ਹੈ। ਰੁੱਤਾਂ ਵੀ ਬਦਲਦੀਆਂ ਹਨ, ਸੂਰਜ ਇੱਕੋ, ਰੁੱਤ ਅਨੇਕ। ਸੂਰਜ ਤਾਂ ਕਈ ਨੇ ਕੀਤੇ, ਇਹਦੇ ਚੰਦ ਸੂਰ ਕੀਤੇ, ਪਰ ਇਸ ਸੌਰ ਮੰਡਲ ਅੰਦਰ ਇਹ ਸੂਰਜ ਰੁੱਤਾਂ ਬਦਲਦੀਆਂ ਹਨ। ਇਹੀ ਧਰਤੀ ਹੁੰਦੀ ਹੈ। ਆਪਾਂ ਨੰਗੇ ਪੈਰੀ, ਧਰਤੀ ਸੜਦੀ ਬਲਦੀ ਹੈ। ਜੇਠ ਹਾੜ ਦੇ ਮਹੀਨੇ ਧਰਤੀ ਤਪਦੀ ਹੈ, ਨੰਗੇ ਪੈਰੀ ਆਪਾਂ ਚੱਲ ਨਹੀਂ ਸਕਦੇ। ਇਹੀ ਧਰਤੀ, ਇਹੀ ਜ਼ਮੀਨ, ਪੋਹ ਦਾ ਮਹੀਨਾ ਦਾ, ਅੱਤ ਦੀ ਠੰਡ ਪੈਂਦੀ ਹੈ ਤੇ ਨੰਗੇ ਪੈਰੀ ਫਿਰ ਵੀ ਨਹੀਂ ਚੱਲਦੇ, ਪੈਰ ਥਰ ਥਰ ਕੰਬਦੇ ਹਨ, ਕੰਬਣੀ ਛਿੜਦੀ ਹੈ, ਸੁੰਨ ਹੋ ਜਾਂਦੇ ਹਨ ਠੰਡ ਦੇ ਨਾਲ। ਪੈਰ ਨੰਗੇ ਪੈਰੀ ਚੱਲੀ, ਜਰਾਬਾਂ ਪਾਣੀਆਂ, ਬੂਟ ਪਾਣੇ ਠੰਡ ਤੋਂ ਬਚਣ ਲਈ। ਸਾਡੀ ਕਾਇਆ ਤੇ ਇਹਨਾਂ ਰੁੱਤਾਂ ਦਾ ਅਸਰ ਹੁੰਦਾ ਹੈ। ਜਿਹੀ ਰੁੱਤ ਕਾਇਆ ਸੁਖ ਤੇਹਾ, ਜਿਹੀ ਰੁੱਤ ਕਾਇਆ ਸੁਖ ਤੇਹਾ। ਗਰਮੀ ਰੁੱਤ ਅਤ ਦੀ ਗਾਖੜੀ ਦੀ, ਗਰੀਕਮ ਰੁੱਤ ਅਤ ਗਾਖੜੀ। ਜੇਠ ਅਖਾੜੇ ਘਾਮ ਜਿਓ। ਜੇਠ ਦਾ ਮਹੀਨਾ, ਹਾੜ ਦਾ ਮਹੀਨਾ ਤਪੰਦਾ ਹੈ। ਅਸਾੜ ਤਪੰਦਾ, ਤਿਸ ਲੱਗਿਆ ਹਰਨਾ ਹਨਾ ਜਿੰਨਾ ਪਾਸ। ਤਪੰਦਾ ਲੱਗਦਾ ਏ, ਗਾਖੜਾ ਹੈ, ਗਾਖੜੀ ਰੁੱਤ ਵੇ, ਪਰ ਪਰਮੇਸ਼ਵਰ ਦੇ ਪਿਆਰੇ ਲਈ ਇਹ ਵੀ ਸੁਹੰਦਾ ਹੋ ਜਾਂਦਾ। ਅਸਾੜ ਸੁਹੰਦਾ ਤਿਸ ਲੱਗਾ, ਜਿਸ ਮਨ ਹਰ ਚਰਨ ਨਿਵਾਸ, ਜਿੰਦੇ ਮਨ ਚ ਹਰੀ ਦੇ ਚਰਨਾਂ ਦਾ ਨਿਵਾਸ ਹੈ, ਵਾਹਿਗੁਰੂ ਦੀ ਯਾਦ ਹੈ, ਉਹਦੇ ਲਈ ਇਹ ਵੀ ਸੁਹੰਦਾ ਲੱਗਦਾ ਹੈ। ਚੰਦਰਮਾ ਤੇ ਸੂਰਜ, ਸੂਰਜੀ ਕੈਲੰਡਰ ਵੀ ਹੈ, ਚੰਦਰਮਾ ਵਾਲੇ ਥਿੱਤ ਵੀ ਹਨ। ਸੂਰਜ ਜਿਹੜਾ ਹੈ, ਸੂਰਜ ਤਾਂ ਦਿਨ ਚਲੋ ਇੱਕ ਹੀ ਹੋ ਗਿਆ, ਪਰ ਰਾਤ ਦੇ ਦੋ ਪੱਖ ਹੋ ਜਾਂਦੇ ਹਨ। ਕਿਉਂਕਿ ਜੋ ਚੰਦਰਮਾ ਧਰਤੀ ਦੁਆਲੇ ਚੱਕਰ ਲਗਾਉਂਦਾ, ਧਰਤੀ ਦਾ ਉਪਗ੍ਰਹਿ ਹੈ, ਤੇ ਸੂਰਜ ਦੇ ਤੇਜ਼ ਕਿਰਨਾਂ ਜਦੋਂ ਪੈਂਦੀਆਂ ਚੰਦਰਮਾ ਦੇ ਉੱਪਰ, ਚੰਦਰਮਾ ਚਮਕਦਾ, ਵਿੱਚ ਧਰਤੀ ਆ ਜਾਂਦੀ ਹੈ ਤੇ ਉਹਦੇ ਆਕਾਰ 'ਚ ਫਰਕ ਪੈਂਦਾ ਹੈ, ਵਿੱਚ ਪਰਛਾਵਾਂ ਪੈਂਦਾ ਨਾ, ਜਿਸ ਕਰਕੇ ਚੰਦਰਮਾ ਦਾ ਆਕਾਰ ਇੱਕ ਇੱਕ ਕਲਾ ਵੱਧਦੀ ਜਾਂਦੀ ਹੈ, ਇੱਕ ਇੱਕ ਕਲਾ ਘਟਦੀ ਜਾਂਦੀ ਹੈ। ਇਹ ਕੁਦਰਤੀ ਖੇਡ ਪਰਮਾਤਮਾ ਨੇ ਰਚਨਾ ਰਚੀ ਹੈ। ਪਰ ਧਰਮ ਦੇ ਆਗੂ, ਉਹ ਧਰਮ ਦੇ ਨਾਮ ਤੇ ਠੱਗੀਆਂ ਠੋਰੀਆਂ ਕਰਨ ਵਾਲੇ, ਉਹਨਾਂ ਨੇ ਆਖਿਆ ਇਹ ਜਿਹੜੀ ਥਿੱਤ ਹੈ, ਤਿਥੀ, ਤਿਥੀ ਵੀ ਆਪਾਂ ਆਖਦੇ ਹਾਂ ਜਿਹਨੂੰ ਤਰੀਕ ਆਖਦੇ ਹਾਂ, ਡੇਟ ਇੰਗਲਿਸ਼ ਵਿੱਚ ਆਖਦੇ ਡੇਟ। ਥਿੱਤ ਹੋ ਗਈ, ਤਿਥੀ ਹੋ ਗਈ, ਤਰੀਕ। ਇਹ ਥਿੱਤ ਮਾੜੀ ਹੈ, ਇਹ ਥਿੱਤ ਸ਼ੁਭ ਹੈ, ਇਹ ਵਾਰ ਸ਼ੁਭ ਹੈ, ਇਹ ਵਾਰ ਮਾੜਾ ਹੈ। ਮੈਂ ਦੱਸਾਂਗਾ ਸੁਧੀ ਵਾਲਾ ਪੱਖ ਕੇ ਹੈ, ਇਹ ਮਹੂਰਤ, ਇਹ ਨਛੱਤਰ ਚੰਗਾ ਹੈ, ਇਹ ਗ੍ਰਹਿ ਚੰਗਾ ਹੈ। ਅੱਜ ਸੂਰਜ ਗ੍ਰਹਿਣ ਲੱਗਾ ਹੋਇਆ, ਅੱਜ ਚੰਦਰਮਾ ਗ੍ਰਹਿਣ ਹੈ। ਇਸ ਤਰੀਕੇ ਲੋਕਾਂ ਨੂੰ ਭਰਮਾਇਆ ਗਿਆ, ਲੁੱਟ ਖਸੁੱਟ ਕੀਤੀ ਜਾਂਦੀ ਹੈ। ਤੇ ਸੱਚੇ ਸਤਿਗੁਰੂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ। ਭੂਲੇ ਕੋ ਗੁਰ ਮਾਰਗ ਪਾਇਆ, ਭੂਲੇ ਕੋ ਗੁਰ ਮਾਰਗ ਪਾਇਆ। ਭੂਲੇ ਕੋ ਗੁਰ ਮਾਰਗ ਪਾਇਆ, ਭੂਲੇ ਕੋ ਗੁਰ ਮਾਰਗ ਪਾਇਆ। ਅਵਰ ਤਿਆਗ ਹਰ ਭਗਤੀ ਲਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਹਰੀ ਭਗਤੀ ਨਾਲ ਜੋੜਨਾ ਕਰਦੇ ਹਨ ਸਤਿਗੁਰ ਜੀ।
ਸੋ ਸਤਿਗੁਰ ਧੰਨ ਧੰਨ ਜਿਨ ਭਰਮਗੜ੍ਹ ਤੋੜਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਰਮ ਦੇ ਗੜ੍ਹ ਨੂੰ ਤੋੜਨਾ ਕੀਤਾ ਹੈ, ਤੋੜਿਆ ਭਰਮ ਦਾ ਗੜ੍ਹ। ਸੋ ਸਤਿਗੁਰ ਧੰਨ ਧੰਨ ਜਿਨ ਭਰਮਗੜ੍ਹ ਤੋੜਿਆ। ਸੋ ਸਤਿਗੁਰ ਵਾਹ ਵਾਹ, ਉਸ ਸਤਿਗੁਰ ਨੂੰ ਵਾਹ 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 ਆਖੋ ਜਿਨ ਹਰਿ ਸਿੰਘ ਜੋੜਿਆ। ਜੇ ਸਤਿਗੁਰ ਨੇ ਸਾਨੂੰ ਹਰੀ ਨਾਲ ਜੋੜਨਾ ਕੀਤਾ ਹੈ, ਨਹੀਂ ਤਾਂ ਕਰਮ ਕਰਨ ਨਾਲ ਜੋੜਦੇ ਪਏ। ਇਹ ਸੂਰਜ ਦੇਵਤਾ ਹੈ, ਇਹ ਚੰਦਰਮਾ ਦੇਵਤਾ ਹੈ, ਇਹਦੀ ਪੂਜਾ ਕਰੋ, ਸੂਰਜ ਨੂੰ ਪਾਣੀ ਪਾਵੋ। ਹਰਿਦੁਆਰ ਕੀ ਹੁੰਦਾ ਪਿਆ ਸੀ? ਗੁਰੂ ਨਾਨਕ ਨੇ ਤੋੜਿਆ ਨਾ, ਉੱਥੇ ਭਰਮਗੜ੍ਹ ਨੂੰ ਤੋੜਤਾ, ਉੱਥੇ ਹਰੀ ਨਾਲ ਜੋੜਨਾ ਕੀਤਾ। ਇਹ ਚੰਦਰਮਾ ਦੇ ਪੱਖ, ਇਹ ਹਨੇਰਾ ਪੱਖ, ਥਿੱਤਾਂ ਦਾ ਹਿਸਾਬ ਲਾਇਆ ਗਿਆ। ਤੇ ਇਹ ਸੱਚਾਈ ਹੈ। ਭਾਵੇਂ ਹਿੰਦੁਸਤਾਨ ਦੀ ਧਰਤੀ ਬੜੇ ਪੜ੍ਹੇ ਲਿਖੇ ਮਨੁੱਖ ਹਨ, PhD ਕੀਤੀ, ਇੰਜੀਨੀਅਰਿੰਗ ਕੀਤੀ ਹੋਈ ਏ, ਵਕਾਲਤ ਵੀ ਕੀਤੀ, ਦੇਖਣ 'ਚ ਆਉਂਦਾ ਹੈ ਉਹ ਵੀ ਭਰਮ 'ਚ ਪਏ ਹੋਏ ਹਨ। ਨਿਕਲਿਆ ਸੀ ਘਰੋਂ ਕੰਮ ਲਈ, ਕੰਮ ਤੇ ਜਾਣਾ ਜ਼ਰੂਰੀ, ਵਾਪਸ ਆ ਗਿਆ। ਕਿਉਂ ਜੀ? ਕਿਉਂ ਵਾਪਸ ਹੈ ਜੀ? ਅੱਗੇ ਬਿੱਲੀ ਆਈ, ਬਿੱਲੀ ਨੇ ਰਸਤਾ ਕੱਟ ਦਿੱਤਾ ਹੈ। ਬਿੱਲੀ ਨੇ ਰਸਤਾ ਕੱਟਿਆ, ਇਸ ਵਾਸਤੇ ਮੇਰਾ ਕੰਮ ਨਹੀਂ ਬਣਨਾ, ਹੁਣ ਨਹੀਂ ਜਾ ਸਕਦਾ। ਜਾ ਰਿਹਾ ਸੀ ਕਿਸੇ ਜ਼ਰੂਰੀ ਕੰਮ, ਪਿੱਛੋਂ ਖੋਤਾ ਹੀਂਗ ਪਿਆ, ਖੋਤਾ ਬੋਲ ਪਿਆ, ਤੇ ਬਾਹਮਣ ਜੀ ਨੇ ਆਖਿਆ ਕਿ ਇਹ ਅਸ਼ੁਭ ਹੈ। ਬਿੱਲੀ ਤੋਂ ਡਰਦਾ ਪਿਆ ਹੈ। ਹਿੰਦੁਸਤਾਨ ਦੇ ਲੋਕ ਬਿੱਲੀਆਂ ਤੋਂ ਡਰਦੇ, ਚੂਹਾ ਬਿੱਲੀ ਤੋਂ ਡਰਦਾ। ਵਹਿਮਾਂ ਭਰਮਾਂ 'ਚ ਪਏ ਹੋਏ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਰੇ ਨੇ ਕਿਤਨੀ ਵੱਡੀ ਬਖਸ਼ਿਸ਼ ਕੀਤੀ। ਭਰਮ ਭੇਖ ਤੇ ਰਹਿ ਨਿਆਰਾ। ਭਰਮ 'ਚ ਨਹੀਂ ਪੈਂਦਾ, ਭੇਖਾਂ 'ਚ ਨਹੀਂ ਪੈਂਦਾ, ਭਰਮ ਭੇਖ ਤੇ ਰਹਿ ਨਿਆਰਾ। ਸੋ ਖਾਲਸ ਸਤਿਗੁਰੂ ਹਮਾਰਾ। ਖਾਲਸਾ ਜਿਹੜਾ ਹੈ, ਖਾਲਸ ਹੈ, ਸ਼ੁੱਧ ਹੈ, ਸੱਚ ਨਾਲ ਜੁੜਿਆ, ਨਿਰਮਲ, ਉਹ ਖਾਲਸਾ ਹੈ। ਜਾ ਕੇ ਹਿਰਦੈ ਭਰਮ ਨਾ ਹੋਈ। ਵਹਿਮਾਂ ਭਰਮਾਂ ਤੋਂ ਨਿਰਲੇਪ ਕੀਤਾ ਸਤਿਗੁਰ ਨੇ। ਇਹ ਚੂਹੇ ਬਣੇ ਸਨ, ਬਿੱਲੀ ਤੋਂ ਡਰਦੇ ਸਨ, ਬਿੱਲੀ ਨੇ ਰਸਤਾ ਕੱਟਤਾ। ਗੁਰੂ ਸਾਹਿਬ ਨੇ ਕਿਹਾ ਇਹ ਤਾਂ ਸਿੰਘ ਨੇ, ਸਿੰਘ ਜੇ ਕਿੰਗ, ਸ਼ੇਰ ਬਣਾ ਦਿੱਤਾ। ਫਿਰ ਜੰਗ ਜਦੋਂ ਵੀ ਲੜਨਾ ਕੀਤੇ, ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਨਾ, चिड़ियों से मैं बाज तड़ाऊं, भेड़ों के संग रंग पिड़ाऊं, शेर पिड़ाऊं, 1.25 से एक लड़ाऊं, तब मैं गोबिंद सिंह नाम कहाऊं। पूरियां वाले राजे कीते, भावें पैन नूं कीमती बस्तर नहीं हैं, खाण नूं रोटी नहीं है, पत्ते खा खा के गुजारा करदे हन, पर हिम्मत कितनी है, अंदर बल कितना है, अंदर विश्वास है। बाबुल मेरा वड समर्था करन कारण प्रवहारा। साडा पिता दशमेश दा गुरु कलगीधर पातशाह सदा साडे नाल है। सो सतगुर प्यारा मेरे नाल है, जिथे किथे मैनू ले छड़ाई। मौत का कोई डर नहीं, अंदर भावना है, बस मरना है। कबीर मोहे मरने का चाओ है, मरू तो हर के द्वार, मातर पूछे कौन है परा हमारे बार। हर प्रकार का डर दूर कर दिता, वहम भरम दूर कर दिते। पूरियां वाले राजे कीते, जड़े मुगल पठान, जिन्ना बारे भीमचंद वर्गा खतरी, उन्होंने आख्या सी गुरु कलगीधर पातशाह ने, देख भीमचंद तू खतरी कहोना है, पर जो गुरु नानक ने बचन किया, खतरियां ता धर्म छोड़िया मलेच्छ भाख्या गही। तुसी अपना धर्म छड़ता, खतरी सो जो कर्मा का सूर। असली खतरी होवे देखो तुहाडे वड्डे वडेरे, भीम वर्गा महाबली योद्धा, अर्जुन वर्गा महाबली योद्धा, कितने वड्डे योद्धे महाबली। पर तुसी कितने कायर हो गए। तुहाडियां धीआं भैणां नूं तुहाडियां अखां सामने चुक चुक के लै जांदे ने, पत लुटदे ने,
ਤੇ ਤੁਸੀਂ ਕਿਉਂ ਨਹੀਂ ਹੱਥ 'ਚ ਸ਼ਸਤਰ ਪਕੜਦੇ? ਅੱਗੋਂ ਇਹੀ ਆਖਦੇ, ਕਹਿਣਗੇ ਦੇਖੋ ਠੀਕ ਹੈ ਖੱਤਰੀ ਕਹਾਣੇ ਆ, ਕਹਿੰਗੇ ਬਲ ਤਾਂ ਹੈ ਤੁਹਾਡੇ ਹੱਥ 'ਚ, ਹੱਥ 'ਚ ਤੱਕੜੀ ਪਕੜ ਕੇ ਸੌਦਾ ਨਹੀਂ ਤੋਲਦੇ? ਕਿਤਨੀ ਤੱਕੜੀ ਵਿੱਚ ਵੱਟੇ ਭਾਰੇ ਭਾਰੇ ਚੁੱਕ ਕੇ ਤੱਕੜੀ ਪਕੜ ਲੈਂਦੇ ਹੋ ਤੁਸੀਂ, ਤੇ ਤੁਹਾਡੇ ਕੋਲ ਸ਼ਸਤਰ ਨਹੀਂ ਪਕੜਿਆ ਜਾਂਦਾ? ਕਹਿੰਗੇ ਸ਼ਸਤਰਾਂ ਦੀ ਗੱਲ ਤਾਂ ਛੱਡੋ, ਗੁਰੂ ਕਲਗੀਧਰ ਪਾਤਸ਼ਾਹ, ਅਸੀਂ ਛੋਟੇ ਆਕਾਰ ਦੀ ਸਬਜ਼ੀ ਕੱਟਣ ਵਾਲੀ ਛੁਰੀ ਵੀ ਪਕੜ ਨਹੀਂ ਸਕਦੇ, ਹੱਥ 'ਚ ਛੁਰੀ ਪਕੜੇ ਬਾਹਰ ਨਹੀਂ ਨਿਕਲ ਸਕਦੇ। ਕਾਮ ਹਮਾਰਾ ਤੋਲਨ ਤਕੜੀ, नंगी कर्द कबू ने पकड़ी, चिड़ी उड़े तो हम डर जाए, दुश्मन से कैसे लड़ पाए? ਅਸੀਂ नहीं लड़ सकते। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਕਿਤਨੀ ਜਿਹੜੀ ਬਖਸ਼ਿਸ਼ ਕੀਤੀ, ਸੂਰਮਗਤੀ ਬਖਸ਼ਿਸ਼ ਕੀਤੀ। ਐਸੇ ਸੂਰਮੇ ਬਣਾਏ ਜਿਹੜੇ ਅਤ ਦੇ ਕਾਇਰ ਸਨ, ਜਿਨ੍ਹਾਂ ਨੀਚ ਨੀਚ ਕਹਿ ਕੇ ਦੁਰਕਾਰਿਆ ਜਾ ਰਿਹਾ ਸੀ, ਫਟਕਾਰਿਆ ਜਾ ਰਿਹਾ ਸੀ। ਇਹਨਾਂ ਦੀ ਕੁੱਲ 'ਚ ਕਦੀ ਕੋਈ ਸਰਦਾਰ ਨਹੀਂ ਸੀ ਹੋਇਆ। जिन की जात वर्ण कुल माही, सरदारी ना भई कदाही, इन्हीं को सरदार बनाऊं, तबे गोबिंद सिंह नाम कहाऊं। गुरु कलगीधर पातशाह ने पूरियां वाले राजे कीते। एक पासे ਉਹ ਆਖਦੇ ਸੀ, देखो जी भीम चंद कहणगे तुहाडे सिख कित्थों मुकाबला करनगे? जिते आनंदपुर साहिब आ गए ना मुगल पठान, एक एक मुगल पठान 100 ਤੇ ਭਾਰੂ ਪੈਂਦਾ, 100 ਬੰਦਿਆਂ ਨੂੰ ਚੁੱਕ ਕੇ ਪਰੇ ਸੁੱਟਦਾ। ਇਤਨੇ ਵੱਡੇ ਉੱਚੇ ਉੱਚੇ ਕੱਦ ਵਾਲੇ ਪਠਾਨ, 100 ਦੇ ਉੱਪਰ ਭਾਰੂ ਪੈਣ ਵਾਲੇ। ਉਹ ਸ਼ੇਰ ਨੇ, ਤੁਹਾਡੇ ਸਿੱਖ ਮੰਨੋ ਭੇਡਾਂ ਨੇ। ਸ਼ੇਰ ਗਰਜਦਾ, ਭੇਡਾਂ ਭੱਜ ਜਾਂਦੀਆਂ। ਉਹ ਬਾਜ ਦੀ ਤਰ੍ਹਾਂ ਬਾਜ ਆਉਂਦਾ, ਝਪਟਾ ਮਾਰ ਕੇ ਚਿੜੀ ਨੂੰ ਪਕੜਦਾ। ਚਿੜੀ ਚੂੰ ਚੂੰ ਕਰਦੀ ਹੈ, ਚੀਕਾਂ ਮਾਰੇਗੀ, ਰੋਏ ਕੁਰਲਾਏਗੀ, ਲਹੂ ਨਾਲ ਲੱਥਪੱਥ ਹੋ ਕੇ ਤੜ ਤੜ ਕੇ ਮਰ ਜਾਏਗੀ, ਕੁਝ ਨਹੀਂ ਕਰ ਸਕਦੀ। ਭੀਮ ਚੰਦ ਐਸਾ ਸਮੇਂ, ਇਹ ਚਿੜੀਆਂ ਉਹਨਾਂ ਬਾਜਾਂ ਨੂੰ ਤੋੜਨਗੀਆਂ ਜਿਨ੍ਹਾਂ ਨੂੰ ਤੂੰ ਭੇਡਾਂ ਆਖਦਾ। ਇਹ ਸ਼ੇਰਾਂ ਦਾ ਮੁਕਾਬਲਾ ਕਰਨਗੀਆਂ ਜਿਨ੍ਹਾਂ ਤੁਸੀਂ ਨੀਚ ਜਾਤ ਦਾ ਕਹਿ ਕੇ ਦੁਰਕਾਰਦੇ ਫਟਕਾਰਦੇ ਹੋ। ਇਹਨਾਂ ਨੂੰ ਸਰਦਾਰ ਬਣਾਉਣਾ ਹੈ। ਫਿਰ ਬਣਾਇਆ। ਇਤਿਹਾਸ ਆਖਦਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉਹ ਮੁਗਲ ਥਰ ਥਰ ਕੰਬਣ ਲੱਗੇ, ਕਿਤੇ ਖਾਲਸਾ ਨਾ ਆ ਜਾਵੇ, ਸਿੱਖ ਨਾ ਆ ਜਾਣ। ਜੇ ਆ ਗਏ ਸਾਨੂੰ ਮਾਰਨਗੇ। ਇਸ ਤੋਂ ਪਹਿਲਾਂ ਹੀ ਉਹ ਜ਼ਹਿਰ ਦੇ ਪਿਆਲੇ ਪੀ ਪੀ ਕੇ ਮਰ ਜਾਂਦੇ ਸਨ। ਅਸੀਂ ਖਾਲਸਾ ਦਾ ਮੁਕਾਬਲਾ ਨਹੀਂ ਕਰਦੇ। ਇਤਨੀ ਦਹਿਸ਼ਤ ਮਚ ਗਈ, ਇਤਨਾ ਡਰ ਮਚ ਗਿਆ ਉਹਨਾਂ ਦੇ ਹਿਰਦੇ 'ਚ। ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਬਾਣਾ ਵੀ ਬਖਸ਼ਿਸ਼ ਕੀਤਾ ਸ਼ੇਰਾਂ ਵਾਲਾ, ਅੰਦਰ ਬਾਣੀ ਵੀ ਸਾਈ ਹੈ। ਬਾਣੀ ਦਾ ਸਿਧਾਂਤ ਬਖਸ਼ਿਸ਼ ਕੀਤਾ। ਉਹ ਸਿਧਾਂਤ ਹੈ, ਇੱਕੋ ਹੈ ਭਾਈ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। साहिब मेरा एको है, साहिब मेरा एको है। एक साहिब दे नाल जुड़ना, एक मालिक अपने खसम नाल जुड़ना। जे खसम तो टुट गए फिर डुब जावांगे। खसम छोड़ दूजे लगे, डूबे सेवन जा रहा। डुबदे पे लुकाई डुबदी पई सी, ते तारन वाला बाबा आ गया। कल तारन गुरु नानक आया, तारिया नाम नाल जोड़ के। तेरा एक नाम तारे संसार, नाम नाल जोड़ना कीता है। लोग सूरज की पूजा करते, चंद्रमा की पूजा करते, थित्तां वारां दे भरम च पए होए सन। ਤੇ ਸਤਿਗੁਰ ਨੇ ਬਚਨ ਕੀਤਾ, ਸਤਿਗੁਰ ਬਿਨ ਜਿਹੜੇ ਸਤਿਗੁਰ ਦੀ ਸੇਵਾ ਨਹੀਂ ਕਰਦੇ ਉਹ ਅੰਧ ਹਨ, ਉਹ ਗੁਬਾਰ ਹਨ। ਬਿਨ ਸਤਿਗੁਰ ਸੇਵੇ ਅੰਧ ਗੁਬਾਰ। ਥਿੱਤੀ ਵਾਰ ਸੇਵੈ ਮੁਗਧ ਗਵਾਰ। ਥਿੱਤਾਂ ਨੂੰ ਮੰਨਦੇ, ਥਿੱਤਾਂ ਨੂੰ ਨਹੀਂ ਮੰਨਣਾ। ठीक है, अपनी लाभ लिए आप वरदे अज फलानी तरीक है, पर यह तरीक शोभे, ये थिद, ये सुधी वाला पक्ष, ये वधिया वाला पक्ष। परमात्मा ने कुदरत बनाई है।
ਕੁਦਰਤ 'ਚ ਰਹਿੰਦੇ ਹੋਏ ਆਪਾਂ ਕਾਦਰ ਨਾਲ ਜੁੜਨਾ, ਕਾਦਰ ਨਾਲ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਬਣਾ ਕੇ ਉਹ ਕਾਦਰ ਕੁਦਰਤ ਦੇ ਜ਼ਰੇ ਜ਼ਰੇ 'ਚ ਵਰਤਦਾ ਪਿਆ ਹੈ। ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਉਹ ਆਸਨ ਲਾ ਕੇ ਬੈਠਾ ਹੈ, ਜ਼ਰੇ ਜ਼ਰੇ 'ਚ ਰਮਿਆ ਹੋਇਆ ਹੈ। ਇਹ ਸੂਰਜ ਇੱਕ ਸ਼ਕਤੀ, ਇਹ ਚੰਦਰਮਾ ਇੱਕ ਸ਼ਕਤੀ, ਪਰ ਇਹਨਾਂ ਨੂੰ ਚਲਾਉਣ ਵਾਲਾ ਹੈ ਭਾਰ ਬ੍ਰਹਮ ਪਰਮੇਸ਼ਵਰ। ਆਪਾਂ ਧੰਨਵਾਦ ਕਰਦੇ ਹਾਂ ਜੇ ਕੋਈ ਸਾਨੂੰ ਕਾਰ ਦੇਵੇ, ਕੋਈ ਕਾਰ ਦੇ ਦੇਵੇ, ਆਪਾਂ ਕਾਰ ਦਾ ਧੰਨਵਾਦ ਕਰਾਂਗੇ ਜਾਂ ਕਾਰ ਦੇਣ ਵਾਲੇ ਦਾ ਧੰਨਵਾਦ ਕਰਾਂਗੇ? ਜਿਨੇ ਸਾਨੂੰ ਕਾਰ ਦਿੱਤੀ ਹੈ ਉਹਦਾ ਧੰਨਵਾਦ ਕਰਾਂਗੇ। ਕੋਈ ਸਾਨੂੰ ਪੈਸੇ ਦਿੰਦਾ ਹੈ, ਲੋੜ ਪੈਣ ਤੇ ਸਾਡੀ ਮਦਦ ਕਰਦਾ, ਪੈਸਾ ਦਿੰਦਾ, ਰੁਪਈਏ ਦਿੰਦਾ ਹੈ, ਆਪਾਂ ਰੁਪਈਆਂ ਦਾ ਧੰਨਵਾਦ ਕਰਨਾ ਹੈ ਜਾਂ ਰੁਪਈਏ ਦੇਣ ਵਾਲੇ ਦਾ ਧੰਨਵਾਦ ਕਰਨਾ? ਦੇਣ ਵਾਲਾ ਦਾਤਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ, ਆਪਾਂ ਉਹਦਾ ਧੰਨਵਾਦ ਕਰਨਾ। ਕਹਿਣ ਵਾਲਾ ਜਿਹੜਾ ਦੇਣ ਵਾਲਾ ਉਹਦਾ ਧੰਨਵਾਦ ਕੀਤਾ ਜਾਂਦਾ, ਜਿਹੜੀ ਵਸਤੂ ਉਹਦਾ ਨਹੀਂ। ਹੁਣ ਇਹ ਇੱਕ ਸ਼ਕਤੀ ਹੈ ਸੂਰਜ, ਇਹ ਤਾਂ ਆਪਣੇ ਹੁਕਮ 'ਚ ਨਹੀਂ ਚਲਦੀ ਪਈ, ਇਹ ਤਾਂ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਚੰਦਰਮਾ ਵੀ ਪਰਮੇਸ਼ਵਰ ਦੇ ਭੈ ਵਿੱਚ ਹੈ, ਸੂਰਜ ਵੀ ਪਰਮੇਸ਼ਵਰ ਦੇ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਕਰੋੜਾਂ ਕੋਹ ਦਾ ਇਹਨਾਂ ਦਾ ਸਫ਼ਰ ਚੱਲਦਾ ਪਿਆ, ਇਹ ਚੱਲਦੇ ਪਿਆ। ਕੋਈ ਇੰਦਰ ਦੇਵਤਾ ਕਹਿ ਕੇ ਮੱਥੇ ਟੇਕਦਾ ਪਿਆ, ਪੂਜਾ ਕਰਦਾ ਪਿਆ, ਤੇ ਸਤਿਗੁਰ ਫਰਮਾਉਂਦੇ ਕਲਗੇ ਕਿਆ ਉੱਠ ਦੇਖੋ ਬੱਪੜੇ, ਅੱਡੀਆਂ ਚੁੱਕ ਕੇ ਦੇਖਦਾ ਪਿਆ, ਇੰਦਰ ਦੇਵਤਾ ਆ ਗਿਆ, ਇੰਦਰ ਦੇਵਤਾ ਆ ਗਿਆ, ਹੁਣ ਬਾਰਿਸ਼ ਪਵੇਗੀ। ਕਿਆ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾ ਹੈ, ਇਸ ਮੇਘ ਦੇ ਕੋਲ ਕੋਈ ਪਾਵਰ ਨਹੀਂ ਹੈ। ਜਿਨ ਇਹ ਮੇਘ ਪਠਾਇਆ, ਜਿਸ ਨੇ ਇਸ ਮੇਘ ਨੂੰ, ਇਸ ਇੰਦਰ ਨੂੰ, ਇਸ ਬੱਦਲ ਨੂੰ ਭੇਜਿਆ ਹੈ, ਜਿਨ ਇਹ ਮੇਘ ਪਠਾਇਆ, ਤਿਸ ਰੱਖੋ ਮਨ ਮਾਹੇ। ਉਸ ਠਾਕੁਰ ਨੂੰ ਮਨ 'ਚ ਰੱਖਣਾ ਹੈ, ਉਸ ਨਿਰੰਕਾਰ ਨਾਲ ਜੁੜਨਾ ਹੈ। ਸਾਨੂੰ ਅਹਿਸਾਸ ਨਹੀਂ ਹੁੰਦਾ ਸਾਡੇ ਤੇ ਕਿਤਨੀ ਵੱਡੀ ਬਖਸ਼ਿਸ਼ ਹੋਈ ਏ। ਸਾਨੂੰ ਜਗਤ ਗੁਰੂ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜਿਨ੍ਹਾਂ ਨੇ ਇਸ ਕਲਯੁਗੀ ਸਮੇਂ 'ਚ ਸਾਡੀ ਰਾਖੀ ਕਰਨੀ ਹੈ, ਰਾਖੀ ਕਰਦੇ ਹਨ, ਉਹ ਸਤਿਗੁਰ ਗੁਰੂ ਨਾਨਕ ਸਾਹਿਬ, ਜਿਨ੍ਹਾਂ ਅੱਗੇ 84 ਸਿੱਧਾਂ ਨੇ ਵੀ ਸੀਸ ਝੁਕਾਤਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ, ਸਾਨੂੰ ਬੜਾ ਗੁਮਾਨ ਸੀ, ਅਸੀਂ ਸ਼ੁਮੇਰ ਪਰਬਤ ਤੇ ਚੜ੍ਹ ਕੇ ਬੈਠੇ ਹਾਂ, ਸਾਡੇ ਜਿਤਨੇ ਵੱਡੇ ਸਿੱਧ ਹੋਰ ਕੋਈ ਨਹੀਂ ਹਨ। ਪਰ ਅੱਜ ਅਹੰਕਾਰ ਸਾਰਾ ਚੱਕਣਾ ਚੂਰ ਹੋ ਗਿਆ। ਪਹਿਲਾਂ ਤਾਂ ਬਾਲਾ ਬਾਲਾ ਆਖਦੇ ਸਨ, ਇਹ ਬਾਲਿਆ ਤੂੰ ਇੱਥੇ ਚੜ੍ਹ ਕੇ ਕਿੱਦਾਂ ਆ ਗਿਆ ਸ਼ੁਮੇਰ ਪਰਬਤ ਤੇ? ਸਿੱਧ ਬੋਲਣ ਸੁਣ ਪਾਲਿਆ, ਕੌਣ ਸ਼ਕਤ ਤੋਂ ਇੱਥੇ ਲਿਆਈ? ਕਿਹੜੀ ਸ਼ਕਤੀ ਤੇਰੇ ਕੋਲ ਜਿਹੜੀ ਤੈਨੂੰ ਇੱਥੇ ਸ਼ੁਮੇਰ ਪਰਬਤ ਤੇ ਲਿਆਈਏ? ਅਸੀਂ ਪ੍ਰਾਣਾਯਾਮ ਕੀਤੇ, ਯੋਗ ਸਾਧਨਾ ਸਾਧੀਆਂ, ਦਸਮ ਦੁਆਰ 'ਚ ਆਪਣੀਆਂ ਸੁਰਤਾਂ ਟਿਕਾਉਂਦੇ ਰਹੇ, ਪ੍ਰਾਣ ਟਿਕਾਉਂਦੇ ਰਹੇ, ਲੰਮੀਆਂ ਲੰਮੀਆਂ ਉਮਰਾਂ ਅਸੀਂ ਕਰ ਲਈਆਂ। ਸਾਡੀਆਂ ਉਮਰਾਂ ਵੱਡੀਆਂ ਬੜੀਆਂ ਤੇਰੇ ਤੋਂ, ਤੂੰ ਸਾਡੇ ਸਾਹਮਣੇ ਇੱਕ ਬਾਲਾ ਲੱਗਦਾ, ਛੋਟੀ ਉਮਰ ਦਾ ਬਾਲਕ। ਪਰ ਸੋਝੀ ਆ ਗਈ ਏ। ਉਹ ਸਿੱਧ ਜਿਹੜੇ ਅਹੰਕਾਰ ਕਰਕੇ, ਆਪਣੀਆਂ ਰਿੱਧੀਆਂ ਸਿੱਧੀਆਂ ਕਰਕੇ ਦੂਜਿਆਂ ਨੂੰ ਸ਼ਰਾਪ ਦਿੰਦੇ ਸਨ, ਤੇਰਾ ਕੱਖ ਨਾ ਰਵੇ। ਅਹੰਕਾਰ ਨਾਲ ਭਰੇ ਸਨ, ਸਮਾਧੀਆਂ ਤਾਂ ਲਾਈਆਂ ਉਹਨਾਂ ਨੇ, ਪਰ ਅਹੰਕਾਰ ਬੜਾ ਭਰਿਆ ਸੀ। ਸਾਡੇ ਵਰਗਾ ਕੋਈ ਸਿੱਧ ਨਹੀਂ। ਅੱਜ ਸਾਰਾ ਅਹੰਕਾਰ ਚੱਕਣਾ ਚੂਰ ਹੋ ਗਿਆ। ਅੱਜ ਇਹਨਾਂ ਸਿੱਧਾਂ ਨੇ ਪਹਿਲੀ ਵਾਰ ਸ਼ੁਭ ਬਚਨ ਬੋਲਿਆ ਹੈ। ਕੀ ਬੋਲਿਆ? ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਿੱਧ ਬੋਲਣ ਸ਼ੁਭ ਬਚਨ
ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ। ਧਨ ਨਾਨਕ ਤੇਰੀ ਵੱਡੀ ਕਮਾਈ। ਉਮਰਾਂ ਸਾਡੀਆਂ ਵੱਡੀਆਂ ਪਰ ਕਮਾਈ ਤੇਰੀ ਵੱਡੀ ਹੈ। ਘਰ-ਬਾਰ ਨਹੀਂ ਛੱਡਿਆ। ਗੁਰੂ ਨਾਨਕ ਸਾਹਿਬ ਜੀ ਆਪਣੀ ਕਿਰਤ ਕਮਾਈਆਂ ਕਰਦੇ, ਹਾਂ ਸਰਬੱਤ ਦੇ ਭਲੇ ਲਈ ਉਦਾਸੀਆਂ ਜ਼ਰੂਰ ਧਾਰਨ ਕੀਤੀਆਂ, ਪਰਤ ਕੇ ਫਿਰ ਆਪਣੇ ਘਰ ਨਗਰ ਵਸਾਤਾ ਕਰਤਾਰਪੁਰ ਸਾਹਿਬ। 18 ਸਾਲ ਉੱਥੇ ਖੇਤੀਬਾੜੀ ਕਰਦੇ, ਹਲ ਵਾਉਂਦੇ ਨੇ। ਕੱਪੜੇ ਵੀ ਸਾਦੇ ਖੱਦਰ ਦੇ ਬਸਤਰ ਪਹਿਨੇ ਹੋਏ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਇਹ ਮਾਰਗ ਬਖਸ਼ਿਸ਼ ਕੀਤਾ। ਘਰ ਬਾਰ ਛੱਡਣਾ ਨਹੀਂ, ਪਰਿਵਾਰ ਚ ਰਹਿੰਦੇ ਹੋਏ ਜੋਗੀ ਬਣ ਜਾਣਾ ਏ। ਪਰ ਭਗਵੇ ਰੰਗ ਦੇ ਕੱਪੜੇ ਪਾਉਣ ਦੀ ਲੋੜ ਨਹੀਂ, ਸਰੀਰ ਤੇ ਸਵਾਹ ਮਲਣ ਦੀ ਲੋੜ ਨਹੀਂ, ਕੰਨ ਪੜਾ ਕੇ ਕੱਚ ਦੀਆਂ ਮੁਦਰਾ ਪਾਉਣ ਦੀ ਲੋੜ ਨਹੀਂ। ਗੁਰਸਿੱਖ ਜੋਗੀ ਹੈ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਉਦਾਸੀ ਕਿੰਨੇ ਬਣਾਣਾ ਹੈ? ਇਹ ਸੰਸਾਰ ਤਾਂ ਸਮੁੰਦਰ ਡੁੱਬਦੇ ਪਏ, ਪੂਰਾਂ ਦੇ ਪੂਰ ਅੱਗ ਦਾ ਸਾਗਰ ਹੈ। ਤ੍ਰਿਸ਼ਨਾ ਦੀ ਅੱਗ, ਦੁੱਖਾਂ ਦੀ ਅੱਗ, ਵਿਸ਼ੇ ਵਿਕਾਰਾਂ ਦੀ ਅੱਗ, ਡੁੱਬਦੇ ਪੂਰਾਂ ਦੇ ਪੂਰ ਰੋਜ਼ ਡੁੱਬਦੇ ਪਏ। ਤੇ ਕੌਣ ਪਾਰ ਲੰਘਾਉਣ ਵਾਲਾ? ਪੂਰਾ ਸਤਿਗੁਰੂ, ਪੂਰਾ ਗੁਰੂ ਜਹਾਜ਼। ਅਗਨ ਸਾਗਰ ਬੂਢਤ ਸੰਸਾਰਾ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਸਤਿਗੁਰ ਭਵ ਸਾਗਰ ਤੋਂ ਪਾਰ ਲੰਘਾਉਂਦੇ, ਵਹਿਮਾਂ ਭਰਮਾਂ ਹਟਾ ਕੇ ਸਾਨੂੰ ਧਰਮ ਦੀ ਕਿਰਤ ਕਮਾਈ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸਾਨੂੰ ਵੰਡ ਕੇ ਛਕਣ ਦਾ ਉਪਦੇਸ਼ ਬਖਸ਼ਿਸ਼ ਕੀਤਾ। ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਿਆਰਿਓ, ਸੋ ਸਤਿਗੁਰ ਧੰਨ ਧੰਨ ਜਿਨ ਭਰਮਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ। ਹਰੀ ਨਾਲ ਜੋੜਿਆ। ਹਰੀ ਨਾਲ ਜੁੜਨਾ ਹੀ ਸਾਡਾ ਕੰਮ ਹੈ। ਮਨੁੱਖਾ ਦੇਹੀ ਮਿਲੀਏ, ਇਸ ਵਾਸਤੇ ਮਿਲੀਏ। ਰੇ ਮਨ ਮੇਰੇ ਤੂੰ ਹਰਿ ਸਿਉ ਜੋੜ। ਆਪਣੇ ਮਨ ਨੂੰ ਸਮਝਾਉਣਾ ਹੈ। ਇਹ ਸਾਡੇ ਲਈ ਸਤਿਗੁਰ ਨੇ ਬਾਣੀ ਕੀ, ਮਨ ਨੂੰ ਰੋਜ਼ ਸਮਝਾਵੋ। ਰੇ ਮਨ ਮੇਰੇ, ਰੇ ਮਨ ਮੇਰੇ ਤੂੰ ਹਰਿ ਸਿਉ ਜੋੜ, ਕਾਜ ਤੁਹਾਰੇ ਨਾਹੀ ਹੋਰ। ਤੇਰਾ ਹੋਰ ਕੋਈ ਕੰਮ ਨਹੀਂ, ਤੂੰ ਹਰੀ ਨਾਲ ਜੁੜਨਾ। ਤੂੰ ਗੋਬਿੰਦ ਦੇ ਗੁਣ ਗਾਣੇ ਨੇ। ਤੇ ਜੇ ਹੋਰ ਸਭ ਕੁਝ ਕਰਦਾ ਕਰਾਂਦਾ ਰਿਹਾ, ਗੋਬਿੰਦ ਦੇ ਗੁਣ ਨਾ ਗਾਏ ਤੇ ਜਨਮ ਤੇਰਾ ਵੇਸਟ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਇਸ ਵਾਸਤੇ ਭਾਈ ਗੋਬਿੰਦ ਦੇ ਗੁਣ ਗਾਣੇ ਹਨ। ਚਿੱਤਾਂ ਦੇ ਭਰਮ ਚ ਨਹੀਂ ਪੈਣਾ। ਇਹ ਵੀ ਸੁਚੇਤ ਰਹਿਣਾ ਕਿ ਤੇਰੀ ਉਮਰ ਲਗਾਤਾਰ ਘਟਦੀ ਪਈ ਏ। ਔਦ ਘਟੈ ਦਿਨਸ ਰਹਿਣਾ ਰੇ। ਔਦ ਘਟੈ ਦਿਨਸ ਰਹਿਣਾ ਰੇ। ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲਣਾ ਹੈ। ਗੁਰੂ ਨੂੰ ਮਿਲ ਗਏ, ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲ ਪਏ, ਕਿਉਂਕਿ ਗੁਰੂ ਨੇ ਮਿਲਾਣਾ ਹੈ, ਗੁਰੂ ਨੇ ਜੋੜਨਾ ਹੈ। चेतना है तो चेत लै निस दिन में प्राणी, छिन छिन औद बेहात है, फूटै घट ज्यों पानी। सुचेत करते सतगुर, जो दिन आवे सो दिन जाही, करना कूच रहन थिर नाही। इत्थे रहना नहीं है, जाना। जो आया सो चल सी। सब कोई आई वारी है। एक वारी मिली है, गोबिंद नूं मिलन दी वारी है। भई प्रापत मानुक देवरिया, गोबिंद मिलन की ए तेरी बरिया। गोबिंद नूं मिलन दी वारी है। एक वारी आनी फिर जान दी, वो भी वारी है ना। जो आवे, जो आया सो चल सी। सब कोई आई वारी है, वो भी वारी लग जानी है। वो वारी आवन तो पहला मन गुरमिल काज सवारे। प्यारिओ, धन गुरु नानक देव महाराज ने कृपा की। बिलावल राग च
ਥਿੱਤੀ ਬਾਣੀ ਉਚਾਰਨ ਕੀਤੀ ਹੈ। 838 ਅੰਗ ਤੋਂ ਲੈ ਕੇ 840 ਅੰਗ ਤੱਕ। ਉਸ 'ਚ 20 ਪਦੇ ਹਨ, ਕਿਉਂਕਿ ਥਿੱਤਾਂ ਦੇ ਲੋਕਾਂ ਦੇ ਭਰਮ ਕਰਦੇ ਤੇ ਗੁਰੂ ਸਾਹਿਬ ਭਰਮਾਂ ਤੋਂ ਤੋੜ ਕੇ ਨਾਮ ਨਾਲ ਜੋੜਦੇ ਉਸ ਥਿੱਤ ਬਾਣੀ 'ਚ। ਇੱਦਾਂ ਆਪਾਂ ਦੇਖਦੇ ਹਾਂ 12 ਮਾਹ ਦੀ ਬਾਣੀ ਵੀ ਆਪ ਜੀ ਪੜ੍ਹਦੇ ਸੁਣਦੇ ਹੋ। 12 ਮਾਹ ਸਾਡੇ ਦਿਨ 'ਚ 12 ਮਹੀਨੇ ਆਉਂਦੇ ਨੇ। ਕਲਗੀ ਕਿਸੇ ਤਰੀਕੇ ਅੱਜ ਸੰਗਰਾਂਦ ਦੇ ਅੱਜ ਨਵਾਂ ਮਹੀਨਾ ਆਰੰਭ ਹੋਇਆ, ਇਸ ਬਚਨ ਨੂੰ ਸੁਣ ਲੈ, ਇੱਥੋਂ ਹੀ ਉਪਦੇਸ਼ ਲੈ ਲੈ, ਨਾਮ ਨਾਲ ਜੁੜ ਜਾ। ਦੇਖੋ ਗੁਰੂ ਕੀ ਬਾਣੀ ਤਾਂ ਸਾਨੂੰ ਇੱਕ ਇੱਕ ਘੜੀ ਘੜੀ ਸਮਝਾਉਂਦੀ ਹੈ, ਇੱਕ ਇੱਕ ਪਲ ਪਲ ਤੇ। ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਆਪ ਘਟੈ ਤਨ ਛਿਜੈ। ਉਮਰ ਘਟਦੀ ਪਈ, ਤਨ ਛਿਜਦਾ ਪਿਆ, ਸਰੀਰ 'ਚ ਕਮਜ਼ੋਰੀ ਆਂਦੀ ਪਈ ਹੈ। ਬਾਲਪਣ ਦੀ ਅਵਸਥਾ, ਜਵਾਨੀ ਦੀ ਅਵਸਥਾ, ਫਿਰ ਜਵਾਨੀ ਹਾਰ ਜਾਂਦੀ ਹੈ ਤੇ ਬੁਢੇਪਾ ਜਿੱਤ ਜਾਂਦਾ ਹੈ। ਜ਼ਰ ਆਈ ਜੋਬਨ ਹਾਰਿਆ। ਜਵਾਨੀ ਹਾਰ ਜਾਂਦੀ ਹੈ, ਬੁਢੇਪੇ ਦੀ ਜਿੱਤ ਹੁੰਦੀ, ਬੁਢੇਪਾ ਸਾਰੇ ਸਰੀਰ ਤੇ ਕਬਜ਼ਾ ਕਰ ਲੈਂਦਾ ਹੈ। ਇਹ ਸਮੇਂ ਦੀ ਚਾਲ ਹੈ। ਥਿੱਤ ਦਾ ਅਰਥ ਦਾ ਰੁਕਣਾ, ਠਹਿਰਨਾ ਵੀ ਹੁੰਦਾ ਥਿੱਤ ਦਾ ਅਰਥ। ਤੇ ਦੂਜਾ ਥਿੱਤ ਦਾ ਅਰਥ ਤਰੀਕ, ਫਲਾਣੀ ਥਿੱਤ ਹੈ, ਫਲਾਣੀ ਤਰੀਕ ਹੈ। ਤੇ ਚੰਦਰਮਾ ਦੇ ਹਿਸਾਬ ਨਾਲ, ਕਿਉਂਕਿ 15 ਦਿਨ ਪਹਿਲਾਂ ਏਕਮ ਦੀ ਥਿੱਤ ਆਉਂਦੀ ਹੈ, ਫਿਰ ਦੂਜ, ਇੱਦਾਂ 14 ਦਿਨ ਲੰਘਦੇ ਹਨ, ਫਿਰ 15 ਨੂੰ ਪੂਰਨਮਾਸ਼ੀ ਆਉਂਦੀ। ਚੰਦਰਮੇ ਦਾ ਆਕਾਰ ਵੱਡੇ ਆਕਾਰ ਦਾ ਦਿਸਦਾ ਹੈ, ਜਿੰਦੇ ਬਾਰੇ ਭਗਤ ਕਬੀਰ ਨੇ, ਭਗਤ ਕਬੀਰ ਦੀ ਬਾਣੀ ਹੈ ਥਿੱਤ ਬਾਣੀ। 3 ਬਾਣੀਆਂ ਗੁਰੂ ਗ੍ਰੰਥ ਸਾਹਿਬ ਥਿੱਤੀ ਬਾਣੀ ਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੀ, ਧੰਨ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਹੁਣ ਅੱਜ ਆਰੰਭ ਹੋ ਰਹੀ ਹੈ, ਤੇ ਬਿਲਾਵਲ ਰਾਗ 'ਚ ਧੰਨ ਗੁਰੂ ਨਾਨਕ ਸਾਹਿਬ ਦੀ, ਤੇ ਗੌੜੀ ਰਾਗ 'ਚ ਉਹਨੇ ਕੁਝ ਦਿਨਾਂ ਬਾਅਦ ਆਵੇਗੀ ਭਗਤ ਕਬੀਰ ਦੀ ਥਿੱਤੀ ਬਾਣੀ। ਇੱਦਾਂ 7 ਵਾਰਾਂ ਤੇ ਹੀ ਬਾਣੀ ਹੈ। ਤੇ ਧੰਨ ਗੁਰੂ ਅਮਰਦਾਸ ਦੇ ਬਚਨ ਆਉਂਦੇ ਹਨ, 15 ਥਿੱਤੀ ਤੈ 7 ਵਾਰ। 15 ਥਿੱਤਾਂ ਹੁੰਦੀਆਂ ਨੇ ਜੀ। ਅੰਗਰੇਜ਼ੀ ਦੇ ਹਿਸਾਬ ਨਾਲ ਆਪਾਂ 30 ਦਿਨ ਦਾ ਮਹੀਨਾ, 31 ਦਿਨ ਦਾ ਮਹੀਨਾ, ਫਰਵਰੀ ਦਾ ਮਹੀਨਾ 28 ਦਿਨਾਂ ਦਾ ਵੀ ਹੁੰਦਾ, 29 ਦਿਨ ਦਾ ਵੀ ਹੁੰਦਾ। ਪਰ ਇੱਧਰ ਜਿਹੜਾ ਚੰਦਰਮਾ ਪੱਖ ਵਾਲੇ ਦਿਨ ਰਾਤ ਆ ਨਾ, ਉੱਥੇ 15 ਥਿੱਤਾਂ ਹੁੰਦੀਆਂ ਨੇ। 14 ਤੋਂ ਬਾਅਦ ਪੂਰਨਮਾਸ਼ੀ ਆਉਂਦੀ ਹੈ, ਜਾਂ 14 ਤੋਂ ਬਾਅਦ ਆਉਂਦੀ ਹੈ ਮੱਸਿਆ। ਮੱਸਿਆ ਤੋਂ ਜਦੋਂ ਸੂਰਜ ਚੰਦਰਮਾ ਦਾ ਆਕਾਰ ਵੱਧਦਾ ਜਾਂਦਾ, ਇੱਕ ਇੱਕ ਕਲਾ ਰੋਜ਼ ਵੱਧਦੀ ਜਾਂਦੀ ਹੈ। ਜਦੋਂ ਕਲਾ ਪੂਰੀ ਹੁੰਦੀ ਹੈ, ਪੁੰਨਿਆ ਪੂਰਾ ਚੰਦ ਆਕਾਸ਼, ਪੁੰਨਿਆ ਦੀ ਰਾਤ ਆਂਦੀ ਪੂਰਨਮਾਸ਼ੀ ਦੀ, ਆਕਾਸ਼ ਵਿੱਚ ਚੰਦਰਮਾ ਪੂਰੇ ਆਕਾਰ 'ਚ ਦਿਖਾਈ ਦਿੰਦਾ। ਪੁੰਨਿਆ ਪੂਰਾ ਚੰਦ ਆਕਾਸ਼, ਸਰਵ ਕਲਾ, ਉੱਥੇ ਦੀ ਕਲਾ ਪੂਰੀ ਹੋ ਗਈ, ਇੱਕ ਇੱਕ ਕਲਾ ਵੱਧਦੀ ਪੂਰਨ ਹੋ ਗਿਆ। ਪਰ ਅਗਲੇ ਦਿਨ ਫਿਰ ਚੰਦਰਮਾ ਆਕਾਰ ਛੋਟਾ ਹੋਣ ਲੱਗ ਪੈਂਦਾ ਹੈ, ਘਟਦਾ ਜਾਂਦਾ ਹੈ। ਉਹਨੂੰ ਵਧੀਆਲਾ ਪੱਖ ਆਖਿਆ ਗਿਆ। ਜਦੋਂ ਵੱਧਦਾ ਉਹਨੂੰ ਸੁਧੀਆਲਾ ਪੱਖ ਆਖਿਆ ਗਿਆ। ਤੇ ਵਿਪਰ ਨੇ ਕੀ ਕੀਤਾ, ਕਹਿੰਦੇ ਇਹ ਥਿੱਤ ਸ਼ੁਭ ਹੈ, ਇਹ ਥਿੱਤ ਅਸ਼ੁਭ ਹੈ। ਇਸ ਤਰੀਕੇ ਭਰਮ 'ਚ ਮੈਂ ਦੱਸਾਂਗਾ। ਜੇ ਲੜਕੀ ਦਾ ਵਿਆਹ ਕਰਨਾ ਹੈ, ਲੜਕੇ ਦਾ ਵਿਆਹ ਕਰਨਾ ਹੈ, ਤੇ ਕਿਹੜਾ ਮੁਹੂਰਤ ਚੰਗਾ ਹੈ, ਸਾਹ ਕੱਢਾਂਗਾ ਮੈਂ ਆਪਣੀ ਪੱਤਰੀ 'ਚੋਂ। ਐਸਾ ਭਰਮਾਇਆ। ਪਰ ਸਤਿਗੁਰ ਫਰਮਾਉਂਦੇ, ਸਾਹਾ ਗਣੇ ਨਾ ਕਰੈ ਵਿਚਾਰ। ਸਾਹਾ ਗਣੈ ਨਾ ਕਰੈ ਵਿਚਾਰ। ਸਾਹੇ ਉੱਪਰ ਇੱਕ ਓਂਕਾਰ, ਇੱਕ ਓਂਕਾਰ ਨਾਲ ਅਸੀਂ ਜੁੜਨਾ ਹੈ, ਸਰਵ ਕਲਾ ਸਮਰੱਥ ਨਾਲ, ਪਾਰ ਬ੍ਰਹਮ ਪਰਮੇਸ਼ਰ ਨਾਲ। ਫਿਰ ਦਿਨ ਰਹਿਣ ਸਭ ਸੁਹਾਵਣੇ, ਸੱਚੇ ਕੇ ਗੁਣ ਗਾਏ। ਫਿਰ ਸਾਰੇ ਦਿਨ ਸੁਹਾਵਣੇ ਨੇ, ਸਾਰੀਆਂ ਰਾਤਾਂ ਸੁਹਾਵਣੀਆਂ। ਜੀਵਨ ਹੀ ਸਫਲਾ ਹੋ ਗਿਆ ਜਦੋਂ ਸੱਚੇ ਦੇ ਗੁਣਾਂ ਨਾਲ ਜੁੜ ਕੇ ਉਹਦੇ ਗੁਣ ਗਾਉਂਦੇ ਆ। ਤੇ ਗੁਰਸਿੱਖ ਤਾਂ ਸਮਝਾਉਂਦੇ, ਪਿਆਰਿਆ ਤੂੰ ਬੰਦਗੀ ਕਰਨੀ ਕਰ ਬੰਦੇ, ਤੂੰ ਬੰਦਗੀ ਜਿੱਚਰ ਘਟ ਮੈਸਾ। ਹਰ ਦਿਨ ਆਰਾਧਨਾ ਏ, ਦਿਨ ਰਾਤੀ ਆਰਾਧੋ ਪਿਆਰੇ, ਨਿਮਕ ਨਾ ਕੀਜੈ ਢੀਲਾ। ਜਿਹੜਾ ਖਾਲਸਾ ਹੈ ਉਹ ਜਾਗਤ ਜੋਤ ਨਾਲ ਜੁੜਦਾ ਹੈ, ਜਾਗਤ ਜੋਤ ਨਾਲ। ਜਾਗਤ ਜੋਤ ਜਪੈ ਨਿਸਬਾਸੁਰ, ਇੱਕ ਬਿਨਾ ਮਨ ਨੈਕ ਨਾਨੈ। ਇੱਕ ਨਾਲ ਜੁੜ ਗਿਆ ਹੈ, ਇੱਕ ਤੋਂ ਬਿਨਾਂ ਦੂਜੇ ਨੂੰ ਆਪਣੇ ਮਨ 'ਚ ਲੈ ਕੇ ਨਹੀਂ ਆਉਂਦਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਅੱਜ ਬਚਨ ਸਤਿਗੁਰ ਜੀ ਦਾ
ਥਿੱਤੀ ਗੌੜੀ ਮਹੱਲਾ ਪੰਜਵਾਂ। ਥਿੱਤੀ ਬਾਣੀ ਦਾ ਨਾਮ ਹੈ। ਭਗਤ ਕਬੀਰ ਜੀ ਦੀ ਥਿੱਤੀ ਬਾਣੀ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਬਿਲਾਵਲ ਰਾਗ 'ਚ ਬਚਨ ਇਸ ਬਾਣੀ ਦੇ ਪਰਥਾਏ, ਤੇ ਨਾਲ ਹੀ ਅੱਜ ਧੰਨ ਗੁਰੂ ਅਰਜਨ ਸਾਹਿਬ ਦੇ। ਹੁਣ ਇੱਥੋਂ ਤੱਕ ਕਹਿਣਗੇ ਜਿੱਥੇ ਸੂਰਜ ਦੀ ਪੂਜਾ ਨਾਲ ਜੋੜਿਆ, ਚੰਦਰਮਾ ਨਾਲ, ਥਿੱਤਾਂ ਨਾਲ ਜੋੜਨਾ ਕੀਤਾ, ਭਰਮ 'ਚ ਪਾਇਆ ਗਿਆ। ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਫਰਮਾਉਂਦੇ, ਕਹਿੰਦੇ ਥਿੱਤੀ ਦਾ ਤਾਂ ਪਤਾ ਹੀ ਨਹੀਂ ਲੱਗਾ। ਪਰਮਾਤਮਾ ਨੇ ਕਦੋਂ ਸ੍ਰਿਸ਼ਟੀ ਬਣਾਈ ਉਸ ਥਿੱਤ ਦਾ ਪਤਾ ਹੈ, ਉਸ ਵਾਰ ਦਾ ਪਤਾ ਹੈ। ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ। ਉਹ ਵਾਰ ਕਿਹੜਾ, ਉਹ ਦਿਨ ਕਿਹੜਾ, ਉਹ ਥਿੱਤ ਕਿਹੜੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸ਼ਰੂਤੀ ਮਹਾ ਕਵਣ। ਕਈ ਵਾਰ ਨਹੀਂ ਯਾਦ ਹੁੰਦਾ ਤੇ ਮਹੀਨਾ ਪਤਾ ਹੁੰਦਾ, ਫਲਾਣੇ ਮਹੀਨੇ ਨੂੰ ਇਹ ਕੁਝ ਹੋਇਆ ਸੀ। ਜੇ ਮਹੀਨਾ ਯਾਦ ਹੁੰਦਾ ਫਿਰ ਹੁੰਦਾ ਫਲਾਣਾ ਵੇਲਾ ਸੀ, ਸ਼ਾਮ ਦਾ ਵੇਲਾ ਸੀ ਜਾਂ ਸਵੇਰ ਦਾ ਵੇਲਾ ਸੀ। ਜੇ ਮਹੀਨਾ ਵੀ ਯਾਦ ਨਹੀਂ ਤੇ ਫਿਰ ਵਕਤ ਦਾ ਪਤਾ ਹੁੰਦਾ ਏ, ਫਲਾਣੇ ਵਜੇ ਦਾ ਸਮਾਂ ਸੀਗਾ। ਕਹਿੰਦੇ ਕੁਝ ਨਹੀਂ ਪਤਾ ਲੱਗਾ। ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸ਼ਰੂਤੀ ਮਹਾ ਕਵਣ। ਜਿਤ ਹੋਆ ਆਕਾਰ, ਜਦੋਂ ਪਰਮਾਤਮਾ ਨੇ ਆਕਾਰ ਬਣਾਈ, ਸ੍ਰਿਸ਼ਟੀ ਬਣਾਈ, ਪਤਾ ਹੀ ਨਹੀਂ ਲੱਗਾ। ਇਹ ਤੱਕ ਨਾ ਪੰਡਤਾਂ ਨੂੰ ਪਤਾ ਲੱਗਾ। ਜੇ ਪੰਡਤਾਂ ਨੂੰ ਪਤਾ ਹੁੰਦਾ ਤੇ ਕਿਸੇ ਪੁਰਾਣ 'ਚ ਜ਼ਿਕਰ ਕਰ ਦਿੰਦੇ। ਜੇ ਕਾਜ਼ੀਆਂ ਨੂੰ ਪਤਾ ਲੱਗਾ ਹੁੰਦਾ ਉਹਨਾਂ ਨੇ ਕਿ ਕੁਰਾਨ 'ਚ ਕਿਸੇ ਆਇਤ 'ਚ ਜ਼ਿਕਰ ਹੋ ਜਾਣਾ ਸੀਗਾ। ਪਰ ਕਹਿੰਗੇ ਜੋਗੀਆਂ ਨੂੰ ਹੀ ਨਹੀਂ ਪਤਾ ਲੱਗਾ। ਜੋਗੀ ਬੜੀ ਸਾਧਨਾ ਜਾਣਦੇ ਪਰ ਉਹਨਾਂ ਨੂੰ ਥਿੱਤ ਵਾਰਨਾ ਜੋਗੀ ਜਾਣੈ। ਰੁੱਤ ਮਹਾ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੈ, ਆਪੇ ਜਾਣੈ ਸੋਈ। ਜਿਨੇ ਸ੍ਰਿਸ਼ਟੀ ਬਣਾਈ ਉਹ ਜਾਣਦਾ ਹੈ। ਇਹ ਜੀਵ ਨੂੰ ਕੁਝ ਨਹੀਂ ਪਤਾ। ਪਰ ਇਹਨਾਂ ਨੇ ਕੀ ਕੀਤਾ, ਕਹਿੰਗੇ ਸਾਨੂੰ ਪਤਾ ਹੈ ਫਲਾਣੀ ਥਿੱਤ ਨੂੰ ਭਗਵਾਨ ਦਾ ਜਨਮ ਹੋਇਆ ਸੀਗਾ। ਸਗਲੀ ਥਿੱਤ ਪਾਸ ਡਰ ਰੱਖੀ, ਅਸ਼ਟਮ ਥਿੱਤ ਗੋਬਿੰਦ ਜਨਮਾ ਸੀ। ਭਾਦੋ ਦੀ ਅਸ਼ਟਮੀ ਆ ਗਈ ਹੈ, ਇਸ ਦਿਨ ਗੋਬਿੰਦ ਦਾ ਜਨਮ ਹੋਇਆ ਸੀਗਾ। ਸਗਲ ਥਿੱਤ ਪਾਸ ਡਰ ਰੱਖੀ, ਅਸ਼ਟਮ ਥਿੱਤ ਗੋਬਿੰਦ ਜਨਮਾ ਸੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਕਿਉਂ ਇਤਨਾ ਵੱਡਾ ਪਾਪ ਕਰਦੇ ਪਿਓ? ਸਭ ਤੋਂ ਵੱਡਾ ਪਾਪ ਹੀ ਇਹੀ ਏ। ਸਗਲ ਅਪਰਾਧ ਦੇਹ ਲੋਰੋਨੀ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ। ਉਹ ਮੁਖ ਸੜ ਕਿਉਂ ਨਾ ਜਾਵੇ ਜਿਹੜਾ ਪਰਮਾਤਮਾ ਨੂੰ ਜੋਨੀ ਆਖਦਾ ਪਿਆ ਹੈ। ਪਰਮਾਤਮਾ ਜੋਨੀ ਨਹੀਂ ਹੈ, ਉਹ ਅਜੂਨੀ ਹੈ। ਤੇ ਪਿਆਰਿਓ ਸਤਿਗੁਰੂ ਜੀ ਅੱਜ ਬਚਨ ਫਰਮਾਉਂਦੇ, ਥਿੱਤਾਂ ਤੋਂ ਉੱਪਰ ਉੱਠ ਕੇ ਕਹਿੰਦੇ ਥਿੱਤ ਉਹ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜਨਾ ਹੈ। ਥਿੱਤੀ ਬਾਣੀ ਦਾ ਨਾਮ ਗੌੜੀ ਰਾਗ 'ਚ ਹੈ। ਫਿਰ ਪਹਿਲਾਂ ਸ਼ਲੋਕ ਲਿਖਿਆ ਕੀਤਾ ਹੈ। ਫਿਰ ਪਿਆਰਿਓ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਖੇਪ ਰੂਪ ਵਿੱਚ ਮੰਗਲਾਚਰਨ ਦੇ ਬਚਨ ਜਿਹਨੂੰ ਆਪਾਂ ਮੂਲ ਮੰਤਰ ਵੀ ਆਖਦੇ ਹਾਂ। ਸੰਪੂਰਨ ਮੂਲ ਮੰਤਰ 33 ਵਾਰ ਆਇਆ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਇੱਥੇ ਸੰਖੇਪ ਰੂਪ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ 524 ਵਾਰ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ 'ਚ। ਪਰਮਾਤਮਾ ਇੱਕ ਵੇ ਹੈ ਕਿੱਥੇ? ਉਹ ਓੰਕਾਰ ਸਰਵ ਵਿਆਪਕ ਹੈ। ਤੇ ਮਿਲਦਾ ਕਿੱਦਾਂ? ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਨਾਲ। ਸਲੋਕ ਸਵੈ ਲੋਕ ਆਪਣੀ ਹੋਂਦ ਕਿੱਥੋਂ ਹੋਈ ਹੈ ਇਹ ਜਨਾਉਂਦੇ ਸਤਿਗੁਰੂ ਦੀ ਭਾਵੇਂ 32 ਅੱਖਰ ਹੁੰਦੇ ਨੇ ਸਲੋਕ 'ਚ। ਇੱਥੇ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ। ਇੱਥੇ ਕਾਵ ਦਾ ਆਧਾਰ ਲਿਆ ਪਰ ਸਿਧਾਂਤ ਇੱਕ ਨਾਲ ਜੋੜਨ ਦਾ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ। ਪਾਰ ਬ੍ਰਹਮ ਪਰਮੇਸ਼ਰ ਉਹ ਜਲ ਵਿੱਚ ਵੀ ਹੈ। 42 ਲੱਖ ਜੀ ਜਲ ਮੇਂ ਹੋਤੇ ਹੋ ਨਾ, ਜਲ ਚ ਰਹਿਣ ਵਾਲੇ ਜੀਵਨ ਚ ਕੌਣ ਹੈ? ਸਭ ਮੈਂ ਜੋਤ ਜੋਤ ਹੈ ਸੋਈ। ਹਰੇਕ ਜੀਵ ਚ ਉਸ ਮਾਲਕ ਦੀ ਜੋਤ ਹੈ, ਉਹ ਆਪ ਵਸਦਾ ਪਿਆ ਏ। ਜਲ ਵਿੱਚ ਵੀ ਹੈ, ਥਲ ਤੇ ਧਰਤੀ ਤੇ ਰਹਿਣ ਵਾਲੇ ਜੀਵਾਂ ਵਿੱਚ ਵੀ ਹੈ, ਤੇ ਮਹੀਲ ਆਕਾਸ਼ ਵਿੱਚ ਵੀ ਉੱਡਣ ਵਾਲੇ ਪਰਿੰਦਿਆਂ ਵਿੱਚ ਵੀ ਉਹਦੀ ਜੋਤ ਹੈ। ਮੇਰਾ ਸੁਆਮੀ, ਮੇਰਾ ਮਾਲਕ ਕਿੱਥੇ ਹੈ? ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ। ਉਹ ਸਿਰਜਣਹਾਰ ਜਲ ਥਲ ਮਹੀਲ ਹਰ ਥਾਂ ਤੇ ਪਰਿਪੂਰਨ ਹੈ ਭਾਈ। ਅਨੇਕ ਭਾਂਤ ਹੋਏ ਪਸਰਿਆ, ਅਨੇਕਾਂ ਭਾਂਤਾਂ ਦਾ ਹੋ ਕੇ ਪਸਰਿਆ ਹੋਇਆ ਹੈ।
एक मूर्त अनेक दर्शन कीन रूप अनेक, खेल खेल अखेल खेलन अंत को फिर एक। एकल माटी कुंचर चिंटी भांजन है बहु नाना रे। इक्को ही मिट्टी धरती तो लैके कहेंगे ਵੱਖ-ਵੱਖ तरह के घुमियार भांडे बना दिंदा है, दीवा बनाता, घड़ा बनाता, कितने खिडौने हाथी बनाता, ऊपर ਵੱਖ-ਵੱਖ रंग करके राजा बनाता, रानी बनाती, भिखारी बनाता, सिपाही बनाता। इक्को मिट्टी तो कितने खिडौने बन गए, पर मिट्टी तो एक। ते कहेंगे गुरु भगत नामदेव जी फरमाउंदे, कहेंगे एकल माटी कुंचर चिंटी। कुंचर हाथी, चिट्टी कीड़ी, कहेंगे कीड़ी तो लैके तक जितने भी ये आकार है ना वक् जीव, इन्हें च सारे च मेरा मालक वरदा पे। ये परमात्मा दे मानो भांडे हैं। एकल माटी कुंचर चिंटी भांजन है बहु नाना रे। अस्थावर जंगम कीट पतंगम, कीड़ियां ची पतंगे ची, कीट पतंगम घट घट राम समाना रे। घट घट च मेरा राम वसदा पिया है। संत जन पुकार पुकार के आखते ने, घट घट में हर जूबस है। संतन कहो पुकार, ओ मेरा मालक अनक भांत होए पसरिया। नानक एकंकार, अगे पौड़ी एकम एक थित तो, एकम एकंकार प्रभ करूं बंदना त्याए। धन गुरु अर्जन देव फरमाउंदे, एकम आइए थित ना, एकंकार नाल जुड़ना है, बंदना करनी, उसका ध्यान धर के, उहदा ध्यान धर के गुण गोबिंद गोपाल प्रभ। उस गोबिंद दे जिहड़ा धरती का आसरा है, गोपाल सबना की पालना करने वाला, धरती जीवन की पालना करने वाला है, उस प्रभु के गुण गाने ने। गुण गोबिंद गोपाल प्रभ शरण परूं हर राय। सदा उनकी शरण च रहना है, सदा उन्होंने अंग संग जान दे, उनके हुक्म मिठा मिठा करके मनना, ये शरण च रहना है। उत्थे प्रभ की शरण सगल पै लाथे। सारे डर फिर सारे दुख नाश होंदे हैं, उनकी शरण च रहना। ताकि आस कल्याण सुख, जदों उस परमात्मा की आपां आस रखांगे, उनका ध्यान करांगे, उनके आसे रवांगे, फिर साडा कल्याण होवेगा। असीं मुक्त होवांगे आवागुण के चक्कर तो, सदीवी सुख मिलेगा। जाते सब कछ खोए, जिस परमात्मा तो सब कुछ बनया है, जो सब कुछ बनाने वाला दाता है, जो उन्हां जुड़ के बख्शिश होवेगी। चार कुंट दैदिश भरमियो। धन गुरु अर्जन देव महाराज जी फरमाते, चार कुंट, चार दिशां, उत्तर पूरब पश्चिम दखण। फिर चार उन्हां दे कोने, चार खूंजे, चार नुकराने, 8 हो गए। फिर आकाश ते पताल 10 दिश हो गए, ये 10 दिशावां हो गईयां। चार कुंट दैदिश परम्यो, तिस बिन अवर न कोय। उस परमात्मा तो बिना होर कोई सच्चा आसरा नहीं है। वेद पुराण सिमरत सुने, बोबिद करूं विचार। की वेद, चारे वेद, की 27 सिमरतियां, की 18 पुराण, इन्हों सुन के तत्त दी विचार यही समझ आईए, यही सोझी आईए। पतत उदाहरण पै हरण, नीचा नूं ऊच करने वाला। पतत उदाहरण है, पतना का भी उदार कर, गिर चुके मनुखों का भी उदार करने वाला। अजामल का उदार किया, गणका का उदार किया नाम दे नाल। पतत उदाहरण पै हरण, हर प्रकार का डर दूर करने वाला परमात्मा। सुख सागर निरंकार, वो तो सुखों का सागर है भाई, सुखों का समुंदर है, वो निरंकार पार ब्रह्म परमेश्वर। दाता भुगता देनहार, तिस बिन अवर न जाए। वो दाता देन वाला भी है, तो दाता नूं भोगण वाला। आप जीवन च वरत के वो भोगदा भी पिया। जोगी अंदर जोगीआ, तू भोगी अंदर भोगीआ। वो पार ब्रह्म परमेश्वर आप दाता भी है तो भुगता भी है। तिस बिन अवर न जाए, उस तो बिना होर कोई जाए, कोई होर जगह, कोई होर ओट आसरा नहीं है। जो चाहे सोई मिले, नानक हर गुण गाए। भाई जो चाहेगा वो दात मिल जाएगी, पर उस हरि दे गुण जरूर गाया कर, फिर दातां मिलणगियां। जो चाहे सोई मिले, नानक हर गुण गाए। अगे रहाव दा बंद है। सारी बाणी का जो तत्त है, सारी बाणी ये 17 पौड़ियां, 17 पदे कह लो, 17 श्लोक ने ते 17 पौड़ियां ने। इन्हां दा केंद्री जिहड़ा धुरा है ना, वो यही रहाव वाला बंद। गोबिंद जस गाइए हर नीत।
ਭਾਈ ਗੋਬਿੰਦ ਦੇ ਗੁਣ ਗਾਉਣੇ ਨੇ, ਜਸ ਕਰਨਾ ਹੈ, ਨੀਤ ਨਿਤ, ਕੋਈ ਥਿਤ ਦੀ ਵਿਚਾਰ ਨਹੀਂ ਕਰਨੀ, ਹਰ ਰੋਜ਼ ਹੀ ਡੇਲੀ ਹਰ ਰੋਜ਼ ਉਸ ਦੇ ਗੁਣ ਗਾਉਣੇ ਨੇ। ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾਧ ਸੰਗਤ ਮੇਰੇ ਮੀਤ। ਸਾਧ ਸੰਗਤ 'ਚ ਮਿਲ ਕੇ ਉਸ ਪਿਆਰੇ ਸਾਨੂੰ ਮੀਤ ਕਹਿ ਕੇ, ਧੰਨ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਮੇਰੇ ਮਿੱਤਰਾ ਗੱਲ ਸਮਝ ਲੈ, ਤੂੰ ਗੋਬਿੰਦ ਦੇ ਜਸ ਗਾਉਣਾ, ਗੁਣ ਗਾਉਣੇ, ਰੋਜ਼ ਗਾਉਣੇ ਨੇ। ਦਿਨ ਰਾਤੀ ਗਾਵੇਂਗਾ ਫਿਰ ਖੇਡ ਵੜ ਜਾਣੀ ਏ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ।